सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता। याद रखो, कहते हैं गुरु रहबर संत फकीर कदी ਉਹ ਸਲਾਹ नहीं ਦਿੰਦੇ, ਉਹ ਵਚਨ नहीं बोलते ਜਿਹਦਾ ਸਾਡੇ ਜੀਵਨ ਤੇ ਕੋਈ ਲਾਭ ਨਾ ਹੋਵੇ, ਕਿਉਂਕਿ ਵਿਅਰਥ ਦੀਆਂ ਗੱਲਾਂ ਕਰਨ ਦਾ ਸਮਾਂ ਉਹਨਾਂ ਕੋਲ ਹੁੰਦਾ ਹੀ ਨਹੀਂ ਹੈ। ਉਹ ਕਹਿੰਦੇ ਨੇ ਜਿੱਥੇ ਦੋ ਚਾਰ ਬੰਦੇ ਬੈਠੇ ਹੋਣ ਜਾਂ ਦੋ ਚਾਰ ਬੀਬੀਆਂ ਬੈਠੀਆਂ ਹੋਣ, ਉਹਨੂੰ ਗੱਪ-ਸ਼ੱਪ ਕਹਿ ਦਿੰਦੇ ਆ ਕਿ ਚੱਲ ਯਾਰ ਕੋਈ ਗੱਪ-ਸ਼ੱਪ ਸੁਣਾਓ। ਗੱਪਾਂ ਛੱਪਾਂ ਵਿੱਚ ਸਭ ਕੁਝ ਚੱਲਦਾ ਹੈ, ਉਹ ਵੀ ਗੱਲਾਂ ਚੱਲਦੀਆਂ ਜਿਹੜਿਆਂ ਦਾ ਕੋਈ ਅਸਰ ਜੀਵਨ 'ਚ, ਕੋਈ ਲਾਭ ਜੀਵਨ 'ਚ ਹੈ ਹੀ ਨਹੀਂ, ਕਿਉਂਕਿ ਵਿਹਲੇ ਬੰਦਿਆਂ ਦਾ ਕੰਮ ਹੈ ਗੌਸਿਪ ਕਰਨਾ ਜਾਂ ਗੱਪ-ਸ਼ੱਪ ਕਰਨਾ। ਹੁਣ ਜਿਹੜੇ ਰੱਬ ਦੇ ਫਕੀਰ ਹੈ, ਜਿਹੜੇ ਦਮ-ਦਮ ਦੇ ਨਾਲ ਆਪਣੇ ਮਾਲਿਕ ਨੂੰ ਯਾਦ ਕਰਦੇ ਹੈ, ਔਰ ਜਿਹੜੇ ਇਹ ਵੀ ਫਿਕਰ ਕਰਦੇ ਆ, ਜਿੱਦਾਂ ਅਸੀਂ ਕਈ ਵਾਰ ਦੱਸਿਆ ਕਿ ਹਜ਼ਰਤ ਸੁਲਤਾਨ ਵਾਹੂ ਇੱਕ ਵਾਰ ਇੱਕ ਆਦਮੀ ਉਹਨਾਂ ਦੇ ਘਰ ਗਿਆ ਤਾਂ ਕੀ ਦੇਖਿਆ ਕਿ ਸੁਲਤਾਨ ਵਾਹੂ ਗਲਾਸ ਦੇ ਵਿੱਚ ਇੱਕ ਬੁੱਕ ਆਟੇ ਦਾ ਘੋਲ ਕੇ ਉਹਨੂੰ ਪੀ ਰਹੇ ਹੈ। ਉਹ ਬੜਾ ਹੈਰਾਨ ਹੋਇਆ, ਕਮਾਲ ਦੀ ਗੱਲ ਹੈ, ਲੱਗਦਾ ਘਰ 'ਚ ਚੁੱਲ੍ਹਾ ਨਹੀਂ ਹੈ, ਤਵਾ ਨਹੀਂ ਹੈ ਕਿ ਜਿਹੜਾ ਇਹ ਸਿੱਧਾ ਆਟਾ ਗਲਾਸ 'ਚ ਘੋਲ ਕੇ ਉਹਨੂੰ ਪੀ ਰਹੇ ਆ। ਕਾਰਨ ਕੀ ਹੈ? ਪਰ ਦੇਖਿਆ ਚੁੱਲ੍ਹਾ ਵੀ ਹੈ, ਬਾਲਣ ਵੀ ਹੈ, ਤਵਾ ਵੀ ਹੈ, ਸਭ ਕੁਝ ਹੈ। ਉਹਨੇ ਸਵਾਲ ਕੀਤਾ ਹਜ਼ਰਤ ਸੁਲਤਾਨ ਵਾਹੂ ਨੂੰ ਕਿ ਮਹਾਰਾਜ, ਘਰ ਦੇ ਵਿੱਚ ਤੁਹਾਡੇ ਸਭ ਕੁਝ ਹੈ, ਫਿਰ ਵੀ ਤੁਸੀਂ ਆਟਾ ਸਿੱਧਾ ਪਾਣੀ 'ਚ ਪਾ ਕੇ ਉਹਨੂੰ ਘੋਲ ਕੇ ਪੀ ਰਹੇ ਹੋ, ਇਹਦਾ ਰਾਜ ਕੀ ਹੈ? ਕਿਉਂਕਿ ਤੁਸੀਂ ਇਹ ਆਟੇ ਦੀ ਰੋਟੀ ਬਣਾ ਕੇ ਖਾ ਸਕਦੇ ਹੋ, ਪਰ ਸਿੱਧਾ ਆਟਾ ਘੋਲ ਕੇ ਕਿਉਂ ਪੀ ਰਹੇ ਹੋ? ਤਾਂ ਉਸ ਲਈ ਸੁਲਤਾਨ ਵਾਹੂ ਨੇ ਕਿਹਾ, ਉਹ ਗੱਲ ਸੁਣ ਯਾਰ, ਗੱਲ ਸੁਣ, ਹੁਣ ਜਰਾ ਗੌਰ ਕਰਨਾ, ਇਹ ਫਕੀਰਾਂ ਦੀ ਗੱਲ ਹੁੰਦੀ ਹੈ। ਉਹ ਕਹਿੰਦੇ ਗੱਲ ਸੁਣ, ਜੇ ਮੈਂ ਰੋਟੀ ਬਣਾਵਾਂ ਤਾਂ ਪਹਿਲਾਂ ਮੈਨੂੰ ਆਟੇ ਨੂੰ ਗੁੰਨਣਾ ਪਏਗਾ, ਚੁੱਲ੍ਹੇ 'ਚ ਅੱਗ ਬਲਣੀ ਪਏਗੀ, ਤਵਾ ਰੱਖਣਾ ਪਏਗਾ, ਔਰ ਰੋਟੀ ਬਣਾਉਣੀ ਪਏਗੀ, ਫਿਰ ਰੋਟੀ ਖਾਣੀ ਪਏਗੀ। ਉਹ ਇੰਨਾ ਟਾਈਮ ਮੇਰੇ ਕੋਲ ਕਿੱਥੇ ਹੈ ਭਾਈ? ਇੰਨਾ ਟਾਈਮ ਮੇਰੇ ਕੋਲ ਕਿੱਥੇ ਹੈ? ਆ ਜਿੰਨੀ ਦੇਰ ਆਟਾ ਗੁੰਨਣਾ ਹੈ, ਰੋਟੀ ਬਣਾਉਣੀ ਹੈ, ਤਵੇ ਤੇ ਰੱਖਣੀ ਹੈ, ਤਾਂ ਮੈਂ ਸੋਚਦਾ ਇੰਨੀ ਦੇਰ ਆਪਣੇ ਰੱਬ ਨੂੰ ਯਾਦ ਕਰ ਲਵਾਂ। ਇਹ ਅੰਦਰ ਜਾ ਕੇ ਵੀ ਘੁਲਣੀ ਹੈ, ਇਸ ਲਈ ਸਿੱਧਾ ਆਟਾ ਹੀ ਪੀ ਲੈਂਦਾ ਤਾਂ ਕਿ ਟਾਈਮ ਬਚੇ ਤਾਂ ਆਪਣੇ ਰੱਬ ਨੂੰ ਯਾਦ ਕਰਾਂ। ਕਿਉਂਕਿ ਜੋ ਦਮ ਗਾਫਿਲ ਸੋ ਦਮ ਕਾਫਿਰ, ਸਾਨੂੰ ਮੁਰਸ਼ਦ ਇਹ ਫਰਮਾਇਆ ਹੋ। ਉਹ ਕਹਿੰਦੇ, ਮੁਰਸ਼ਦ ਕਹਿੰਦਾ ਕਿ ਇੱਕ ਦਮ ਵੀ ਤੇਰਾ ਆਪਣੇ ਰੱਬ ਦੀ ਯਾਦ ਤੋਂ ਬਿਨਾ ਨਾ ਜਾਵੇ। ਯਾਰ ਰੋਟੀ ਬਣਾਉਣ ਦੀ ਫਿਕਰ ਕਰੂੰਗਾ ਤਾਂ ਉਹ ਟਾਈਮ ਆਪਣੀ ਰੱਬ ਦੀ ਯਾਦ 'ਚ ਨਾ ਲਾਵਾਂ। ਹੁਣ ਅਸੀਂ ਤੁਹਾਨੂੰ ਨਹੀਂ ਇਹ ਕਹਾਂਗੇ ਤੁਸੀਂ ਵੀ ਆਟਾ ਘੋਲ ਕੇ ਪੀਓ, ਬਲਕਿ ਤੁਹਾਨੂੰ ਇਹ ਕਹਾਂਗੇ ਕਮ ਸੇ ਕਮ ਤੁਸੀਂ ਆਪਣੇ ਰੱਬ ਨੂੰ ਖਾਣਾ ਖਾਣ ਲੱਗੇ ਯਾਦ ਕਰੋ, ਤੁਰਦੇ ਫਿਰਦੇ ਉੱਠਦੇ ਬੈਠਦੇ ਉਹਦਾ ਸਿਮਰਨ ਕਰੋ। ਕਿਉਂਕਿ ਜਿਹੜੇ ਰੱਬ ਦੇ ਫਕੀਰ ਹੁੰਦੇ ਉਹ ਤੇ ਇੱਕ ਵੀ ਪਲ, ਇੱਕ ਵੀ ਘੜੀ ਵਿਅਰਥ ਜਾਣ ਹੀ ਨਹੀਂ ਦਿੰਦੇ। ਇਸ ਲਈ ਬੁੱਲੇ ਸ਼ਾਹ ਨੇ ਵੀ ਕੀ ਕਹਿਤਾ, 24,000 ਨਮਾਜ਼ ਫਕਰ ਦੀ, ਤੂੰ 5 ਕਿਹੜੀਆਂ ਪੜ੍ਹਦਾ? ਉਹ ਕਹਿੰਦੇ ਫਕਰ ਦੀ ਨਮਾਜ਼, ਨਮਾਜ਼ ਜਾਨੀ ਯਾਦ, ਦਮ ਦਮ ਸੱਜਣਾ ਦਾ ਨਾ ਨਿਕਲੇ, ਇਹੋ ਅਸਲ ਇਬਾਦਤ ਹੁੰਦੀ ਹੈ। ਮੁਖ ਤੱਕਣਾ ਯਾਰ ਪਿਆਰੇ ਦਾ, ਆਸ਼ਿਕ ਦੀ ਤਿਲਾਵਤ ਹੁੰਦੀ ਏ। ਤਿਲਾਵਤ ਕਹਿੰਦੇ ਕੁਰਾਨ ਨੂੰ ਪੜ੍ਹਨਾ, ਤਾਂ ਇੱਥੇ ਦੱਸਿਆ ਗਿਆ ਹੈ ਕਿ ਆਪਣੇ ਮੁਰਸ਼ਿਦ ਦਾ ਦੀਦਾਰ ਕਰਨਾ ਹੀ ਇੱਕ ਆਸ਼ਿਕ ਵਾਸਤੇ ਕੁਰਾਨ ਦੀ ਤਿਲਾਵਤ ਹੈ। ਔਰ ਜੋ ਮੁਰਸ਼ਿਦ ਦਾ ਸ਼ਬਦ ਹੈ, ਜਦੋਂ ਹਰ ਸਾਹ ਦੇ ਨਾਲ ਉਹ ਸ਼ਬਦ ਚੱਲਦਾ ਹੈ, ਤਾਂ ਕਹਿੰਦੇ ਇਹੀ ਇੱਕ ਆਸ਼ਿਕ ਦੀ ਇਬਾਦਤ ਹੈ। ਇਸ ਲਈ ਮਹਿਬੂਬ ਆਪਣੇ ਦੀ ਸੂਰਤ ਦਾ ਤਾਈਓ ਨਕਸ਼ ਪਕਾਣਾ ਪੈਂਦਾ ਏ। ਉਹ ਖਾਨਾ ਕਾਬਾ ਜਿਸ ਦਿਲ ਵਿੱਚ ਮਹਿਬੂਬ ਦੀ ਸੂਰਤ ਹੁੰਦੀ ਹੈ। ਕਹਿੰਦੇ ਜਿਹੜਾ ਆਪਣੇ ਮਹਿਬੂਬ ਦੀ ਸੂਰਤ ਨੂੰ, ਉਹਦੀ ਤਸਵੀਰ ਨੂੰ ਆਪਣੇ ਦਿਲ 'ਚ ਵਸਾ ਲੈਂਦਾ ਹੈ, ਤਾਂ ਫਿਰ ਉਹਦਾ ਦਿਲ ਹੀ ਕਾਬਾ ਬਣ ਜਾਂਦਾ ਹੈ। ਉਹਦਾ ਦਿਲ ਹੀ ਮੱਕੇ ਦੇ ਅੰਦਰ ਕਾਬਾ ਹੈ ਨਾ, ਕਿ ਉਹਦਾ ਦਿਲ ਹੀ ਕਾਬਾ ਬਣ ਜਾਂਦਾ ਹੈ। ਮਹਿਬੂਬ ਆਪਣੇ ਦੀ ਸੂਰਤ ਦਾ ਤਾਈਓ ਨਕਸ਼ ਪਕਾਉਣਾ ਪੈਂਦਾ ਏ। ਉਹ ਖਾਨਾ ਕਾਬਾ ਜਿਸ ਦਿਲ ਵਿੱਚ ਮਹਿਬੂਬ ਦੀ ਸੂਰਤ ਹੁੰਦੀ ਏ। ਇਹ ਜਾਹਿਦ ਲੋੜ ਨਾ ਜੰਨਤ ਦੀ, ਰੱਖ ਜੰਨਤ ਆਪਣੀ ਕੋਲ ਆਪਣੇ, ਇਹਨਾਂ ਆਸ਼ਕਾਂ ਲਈ ਮਹਿਬੂਬ ਦੀਆਂ ਗਲੀਆਂ ਵਿੱਚ ਜੰਨਤ ਹੁੰਦੀ ਏ। ਉਹ ਕਹਿੰਦੇ ਮੱਕੇ ਜਾ ਕੇ ਹੱਜ ਕਰਕੇ ਕੀ ਮਿਲਣਾ? ਜੰਨਤ ਮਿਲਣੀ ਹੈ ਨਾ। ਉਹ ਕਹਿੰਦੇ ਸਾਨੂੰ ਇਹ ਜੰਨਤ ਦੀ ਲੋੜ ਨਹੀਂ, ਕਿਉਂਕਿ ਅਸੀਂ ਆਪਣੇ ਮਹਿਬੂਬ ਦੀ ਸੂਰਤ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਹੈ, ਦਿਲ 'ਚ ਵਸਾ ਲਿਆ ਹੈ। ਤਾਂ ਜਿੱਥੇ ਉਹਦੀ ਸੂਰਤ ਬਸ ਚੁੱਕੀ ਹੈ, ਉਹ ਦਿਲ ਹੀ ਕਾਬਾ ਬਣ ਜਾਂਦਾ ਹੈ। ਔਰ ਮੈਂ ਜੰਨਤ ਕੀ ਕਰਨੀ ਹੈ? ਇਹ ਜਾਹਿਦ ਲੋੜ ਨਾ ਜੰਨਤ ਦੀ, ਰੱਖ ਜੰਨਤ ਆਪਣੀ ਕੋਲ ਆਪਣੇ। ਕਹਿੰਦੇ ਤੂੰ ਜੰਨਤ ਦੀ ਗੱਲ ਕਰਦਾ, ਇਹਨੂੰ ਆਪਣੇ ਕੋਲ ਰੱਖ, ਕਿਉਂਕਿ ਸਾਡੇ ਵਰਗੇ ਆਸ਼ਕਾਂ ਦੀ ਜੰਨਤ ਤਾਂ ਆਪਣੇ ਮਹਿਬੂਬ ਦੀਆਂ ਗਲੀਆਂ ਦੇ ਵਿੱਚ ਹੈ।
ਕਿ ਮਹਿਬੂਬ ਦੀ ਗਲੀ 'ਚ ਜਦੋਂ ਚਲੇ ਜਾਈਦਾ ਹੈ ਤਾਂ ਸਾਨੂੰ ਉੱਥੋਂ ਹੀ ਜੰਨਤ ਦਾ ਨਜ਼ਾਰਾ ਮਿਲ ਜਾਂਦਾ ਹੈ। ਇਸ ਲਈ ਆਸ਼ਕਾਂ ਦੀ ਗੱਲ ਦੱਸ ਰਹੇ ਹਾਂ। ਹੁਣ ਸੁਲਤਾਨ ਬਾਹੂ ਵੀ ਇਹੀ ਗੱਲ ਸਮਝਾ ਰਹੇ ਹੈ ਕਿ ਜੋ ਦਮ ਗਾਫਿਲ ਸੋ ਦਮ ਕਾਫਿਰ, ਕਿ ਗਫਲਤ ਨਹੀਂ ਕਰਨੀ, ਆਪਣੇ ਮਾਲਿਕ ਨੂੰ ਕਦੀ ਵਿਸਰਨਾ ਨਹੀਂ ਹੈ, ਆਪਣੇ ਮਾਲਿਕ ਨੂੰ ਕਦੀ ਭੁੱਲਣਾ ਨਹੀਂ ਹੈ, ਹਰ ਸਾਹ ਨਾਲ ਉਹਦਾ ਸ਼ੁਕਰ ਕਰਨਾ ਹੈ, ਹਰ ਸਾਹ ਨਾਲ ਆਪਣੇ ਮਾਲਿਕ ਨੂੰ ਯਾਦ ਕਰਨਾ ਹੈ। ਇਸ ਲਈ ਅਸੀਂ ਦੱਸ ਰਹੇ ਹਾਂ ਕਿ ਰੱਬ ਦੇ ਪਿਆਰੇ ਸੰਤ ਗੁਰੂ ਰਹਿਬਰ ਫਕੀਰ ਜਦੋਂ ਕੋਈ ਵੀ ਵਚਨ ਕਰਦੇ ਆ ਤਾਂ ਉਹ ਗੱਪਸ਼ਪ ਨਹੀਂ ਹੁੰਦੀ ਕਿ ਟਾਈਮ ਪਾਸ ਕਰ ਰਹੇ ਹੈ, ਉਹ ਤਾਂ ਇੱਕ ਇੱਕ ਪਲ ਆਪਣੇ ਮਹਿਬੂਬ ਦੀ ਯਾਦ ਵਿੱਚ ਲਾਉਂਦੇ ਹੈ। ਤਾਂ ਜਦੋਂ ਕੁਝ ਬੋਲਦੇ ਆ ਤਾਂ ਇਸ ਲਈ ਬੋਲਦੇ ਆ ਤਾਂ ਕਿ ਜਿਹੜਾ ਆਨੰਦ ਉਹਨਾਂ ਨੇ ਮਹਿਸੂਸ ਕੀਤਾ ਹੈ ਉਹ ਆਨੰਦ ਤੁਸੀਂ ਵੀ ਮਹਿਸੂਸ ਕਰ ਸਕੋ। ਜਿਹੜੀ ਕਾਮਯਾਬੀ ਸਫਲਤਾ ਖੁਸ਼ੀ ਉਹਨਾਂ ਨੇ ਪਾਈ ਹੈ ਉਹ ਕਾਮਯਾਬੀ ਸਫਲਤਾ ਖੁਸ਼ੀ ਤੁਸੀਂ ਵੀ ਪਾ ਸਕੋ। ਕਿਉਂਕਿ ਇਹ ਗੱਲ ਯਾਦ ਰੱਖੋ ਕਿ ਇੱਕ ਮਾਸਟਰ, ਇੱਕ ਟੀਚਰ ਜਿਹੜਾ ਖੁਦ ਡਿਗਰੀ ਲੈ ਕੇ ਬੈਠਾ ਹੋਵੇ, ਅਗਰ ਉਹ ਕੁਝ ਬੋਲੇਗਾ ਹੀ ਨਹੀਂ, ਮੂੰਹ ਹੀ ਬੰਦ ਰੱਖੇਗਾ ਤਾਂ ਬੱਚਿਆਂ ਨੂੰ ਗਿਆਨ ਕਿੱਦਾਂ ਮਿਲੇਗਾ? ਫਿਰ ਬੱਚਿਆਂ ਦੀ ਅਨਪੜ੍ਹਤਾ ਕਿੱਦਾਂ ਦੂਰ ਹੋਏਗੀ? ਫਿਰ ਬੱਚੇ ਕਿੱਦਾਂ ਉਹ ਡਿਗਰੀਆਂ ਲੈਣਗੇ? ਇਸ ਲਈ ਟੀਚਰ ਨੂੰ ਬੋਲਣਾ ਪੈਂਦਾ ਹੈ। ਕੀ ਬੋਲਣਾ ਪੈਂਦਾ? ਜੋ ਉਸਨੇ ਸਿੱਖਿਆ ਹੈ, ਜੋ ਉਸਨੇ ਸਮਝਿਆ ਹੈ, ਉਹ ਬੱਚਿਆਂ ਨੂੰ ਸਮਝਾਉਂਦਾ ਹੈ ਤਾਂ ਫਿਰ ਬੱਚੇ ਵੀ ਗਿਆਨਵਾਨ ਹੋ ਜਾਂਦੇ। ਕਿਉਂਕਿ ਇੱਕ ਗੱਲ ਯਾਦ ਰੱਖੋ, ਅੱਜ ਇਨਸਾਨ ਕੋਲ ਇੰਨਾ ਸਮਾਂ ਨਹੀਂ ਹੈ ਕਿ ਆਪਣੇ ਆਪ ਸਭ ਕੁਝ ਜਾਣ ਸਕੇ। ਸਮਝਦੇ ਹੋ ਕਿ ਨਹੀਂ? ਕਿਹਾ ਜਾਂਦਾ ਨਾ ਜ਼ਿੰਦਗੀ ਅੱਜ ਹੈ, ਕੱਲ ਨੂੰ ਕੋਈ ਪਤਾ ਨਹੀਂ ਜ਼ਿੰਦਗੀ ਦਾ ਕਿ ਜ਼ਿੰਦਗੀ ਹੋਣੀ ਹੈ ਜਾਂ ਨਹੀਂ। ਕਈ ਇਨਸਾਨ ਕਹਿ ਦਿੰਦੇ ਹੈ ਕਿ ਕੋਈ ਨਹੀਂ, ਮੈਂ ਆਪੇ ਹੀ ਸਿੱਖ ਲਊਂ, ਆਪੇ ਹੀ ਸਮਝ ਲਊਂ। ਤਾਂ ਇੰਨਾ ਸਮਾਂ ਅੱਜ ਇਨਸਾਨ ਦੇ ਕੋਲ ਹੈ ਨਹੀਂ ਕਿ ਆਪੇ ਹੀ ਸਿੱਖੀ ਜਾਵੇ, ਆਪੇ ਹੀ ਸਮਝੀ ਜਾਵੇ। ਇਸ ਲਈ ਸਮਝਦਾਰ ਇਨਸਾਨ ਉਹ ਹੈ ਕਿ ਜਿਹੜਾ ਕਹਿੰਦਾ ਹੈ ਕਿ ਅਗਰ ਇਹ ਸਮਝ ਜੋ ਮੈਂ ਕਈ ਸਾਲ ਲੈ ਕੇ ਪ੍ਰਾਪਤ ਕਰਨੀ ਹੈ, ਅਗਰ ਮੈਨੂੰ ਕਿਤਿਓਂ 1 ਘੰਟੇ 'ਚ ਮਿਲ ਜਾਂਦੀ ਹੈ ਤਾਂ ਸਮਝਦਾਰ ਬੰਦਾ ਕਹੇਗਾ ਇੱਥੋਂ ਲਵਾਂ, ਕਿਉਂਕਿ ਫਾਇਦਾ ਤਾਂ ਮੈਂ ਲੈਣਾ ਹੈ ਨਾ। ਇਸ ਲਈ ਟੀਚਰ ਦੇ ਕੋਲ, ਮੁਰਸ਼ਿਦ ਦੇ ਕੋਲ ਜਾ ਕੇ ਇਨਸਾਨ ਨੂੰ ਉਹ ਅਨੁਭਵ ਮਿਲਦੇ ਹੈ, ਉਹ ਗਿਆਨ ਮਿਲਦਾ, ਉਹ ਸਮਝ ਮਿਲਦੀ ਹੈ। ਹੁਣ ਫਰਜ਼ ਕਰੋ ਬਾਬਾ ਫਰੀਦ ਨੇ 36 ਸਾਲ ਲਗਾਏ ਇਬਾਦਤ ਵਾਸਤੇ। ਹੁਣ 36 ਸਾਲਾਂ 'ਚ ਜੋ ਬਾਬਾ ਫਰੀਦ ਨੇ 36 ਸਾਲ ਲਾ ਕੇ ਸਮਝਿਆ, ਹੁਣ ਨਿਜ਼ਾਮੁਦੀਨ ਔਲੀਆ ਨੂੰ ਉਹਨਾਂ ਨੇ 3 ਮਹੀਨਿਆਂ ਦੀ ਸੰਗਤ ਵਿੱਚ ਹੀ ਸਿਖਾ ਦਿੱਤਾ। ਹੁਣ ਅਸੀਂ ਕਹਾਂਗੇ ਨਿਜ਼ਾਮੁਦੀਨ ਔਲੀਆ, ਜਿਹਨਾਂ ਦਾ ਨਾਮ ਮੁਹੰਮਦ ਬਿਦਾਈਊ ਸੀ, ਸਮਝਦਾਰ ਸੀ ਕਿ ਮੁਰਸ਼ਦ ਦੀ ਸੋਬਤ ਕਰ ਲਈ। ਜੇ ਆਪ ਕਹਿੰਦੇ ਕਿ ਇਹਨਾਂ ਨੇ 36 ਸਾਲ ਲਾਏ ਆ, ਮੈਂ ਵੀ 36 ਸਾਲ ਲਾ ਕੇ ਮਿਹਨਤ ਕਰਨੀ ਹੈ, ਫਿਰ ਜਾਣਨਾ ਹੈ, ਤਾਂ ਸ਼ਾਇਦ ਉਹ ਜਾਣ ਪਾਉਂਦੇ ਹੀ ਨਾ। ਸਮਝ ਆ ਰਹੀ ਨਾ? ਕਿਉਂਕਿ ਟੀਚਰ ਕੀ ਸਾਨੂੰ ਦਿੰਦਾ ਹੈ, ਮਾਸਟਰ ਕੀ ਦਿੰਦਾ ਹੈ, ਗੁਰੂ ਕੀ ਦਿੰਦਾ ਹੈ। ਹੁਣ ਟੀਚਰ ਨੇ, ਹੁਣ ਦੇਖੋ ਬੱਚਾ ਕਿਹੜੀ ਉਮਰ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ? ਜਵਾਬ ਦੇ ਦਿਓ। ਅੱਜ ਕੱਲ ਦੇ ਸਮੇਂ 'ਚ 3 ਸਾਲ ਦਾ ਬੱਚਾ ਸਕੂਲ ਜਾਣ ਲੱਗ ਜਾਂਦਾ ਕਿ ਨਹੀਂ? LKG UKG ਯਾਨੀ ਪੜ੍ਹਾਈ ਇੱਥੋਂ ਸ਼ੁਰੂ ਹੋ ਜਾਂਦੀ ਹੈ। ਔਰ ਫਿਰ ਹੌਲੀ ਹੌਲੀ ਟੀਚਰ ਬਣਦਾ ਬਣਦਾ, ਮਾਸਟਰ ਬਣਦਾ ਬਣਦਾ ਉਹਦੀ ਉਮਰ 22 23 24 25 ਕਿੰਨੀ ਸਾਲ ਦੀ ਹੋ ਜਾਂਦੀ ਹੈ। ਇਹਦਾ ਮਤਲਬ 3 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਤਾਂ ਇੰਨੇ ਸਾਲਾਂ ਦਾ ਉਹਨਾਂ ਜੋ ਗਿਆਨ ਹੀ ਇਕੱਠਾ ਕੀਤਾ ਹੈ ਨਾ, ਉਹ ਬੱਚਿਆਂ ਨੂੰ 1 ਘੰਟੇ ਦੀ ਕਲਾਸ ਜਾਂ 2 ਘੰਟੇ ਦੇ ਆਪਣੇ ਸਬਜੈਕਟ ਵਿੱਚ ਉਹ ਪੂਰਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਸਮਝ ਆ ਰਹੀ ਸਾਡੀ ਗੱਲ? ਇਸੇ ਤਰ੍ਹਾਂ ਰੂਹਾਨੀਅਤ ਦੀ ਗੱਲ ਜਦੋਂ ਆਉਂਦੀ ਹੈ, ਜਿੱਥੋਂ ਵੀ ਸਾਨੂੰ ਗਿਆਨ ਦੀ ਗੱਲ ਮਿਲੇ, ਸਿੱਖੋ, ਸਮਝੋ, ਉਹਨਾਂ ਦਾ ਅਨੁਭਵ ਲਓ ਤਾਂ ਕਿ ਸਾਡਾ ਸਮਾਂ ਬਚੇ। ਕਿਉਂਕਿ ਇੰਨਾ ਸਮਾਂ ਅੱਜ ਬੰਦੇ ਕੋਲ ਹੈ ਹੀ ਨਹੀਂ ਕਿ ਬੰਦਾ ਆਪੇ ਖੋਜਾ ਕਰਦਾ ਫਿਰੇ। ਹੁਣ ਜਰਾ ਗੌਰ ਕਰਨਾ, ਜੇ ਤੁਹਾਨੂੰ ਪਿਆਸ ਲੱਗਦੀ ਤੁਸੀਂ ਕੀ ਕਰਦੇ ਹੋ? ਕਿੱਥੇ ਜਾਂਦੇ ਹੋ? ਕਿਸੇ ਨਲਕੇ ਕੋਲ ਜਾਂਦੇ ਹੋ, ਕਿਸੇ ਜਿੱਦਾਂ ਪੰਪ ਲੱਗਾ ਹੋਵੇ, ਜਿੱਥੇ ਆਪਾਂ ਟੁੱਲੂ ਪੰਪ ਦੀ ਗੱਲ ਕਰ ਲਈਏ, ਫਰਜ਼ ਕਰੋ ਹੁਣ ਟੁੱਲੂ ਪੰਪ ਦੀ ਗੱਲ ਕਰ ਲਈਏ, ਕਿਸੇ ਦੇ ਘਰ 'ਚ ਅਸੀਂ ਦੇਖਦੇ ਬੋਰ ਹੋਇਆ ਹੈ, ਸਾਨੂੰ ਪਿਆਸ ਲੱਗਦੀ ਹੈ, ਅਸੀਂ ਉਹ ਸਰਕਾਰੀ ਅੱਜ ਕੱਲ ਪਾਣੀ ਸਪਲਾਈ, ਵਾਟਰ ਸਪਲਾਈ ਘਰ ਘਰ ਆਉਂਦੀ ਹੈ, ਅਸੀਂ ਉਹ ਟੂਟੀ ਖੋਲਦੇ ਹਾਂ, ਪਾਣੀ ਪੀ ਲੈਂਦੇ ਹਾਂ। ਹੁਣ ਬੰਦਾ ਕਵੇ ਲੈ ਇਹ ਤਾਂ ਸਰਕਾਰ ਨੇ ਲਾਈ ਹੈ, ਮੈਂ ਆਪੇ ਹੀ ਆਪਣਾ, ਮੈਨੂੰ ਪਿਆਸ ਲੱਗੀ, ਮੈਂ ਇੱਥੇ ਹੁਣੇ ਹੀ ਖੁਦਾਈ ਕਰਕੇ ਟੁੱਲੂ ਪੰਪ ਲਾ ਕੇ ਪੀਣਾ ਹੈ। ਤਾਂ ਫਿਰ ਤਾਂ ਨਾ ਸਮਝੀ ਬੰਦੇ ਨੇ ਕਹਿਣਾ ਭਾਈ ਪਹਿਲੇ ਹੀ ਲੱਗ ਚੁੱਕਾ ਹੈ, ਤੂੰ ਇਹ ਕਿਉਂ ਟਾਈਮ ਖਰਾਬ ਕਰ ਰਿਹਾ ਹੈ? ਤੈਨੂੰ ਪਾਣੀ ਚਾਹੀਦਾ ਨਾ, ਉੱਥੇ ਜਾ ਪਾਣੀ ਪੀ, ਪਿਆਸ ਬੁਝਾ। ਇੱਥੇ ਮਿਹਨਤ ਕਰੇਗਾ ਤਾਂ ਹੋ ਸਕਦਾ ਆ ਪਿਆਸ ਨਾਲ ਤੂੰ ਉੱਦਾਂ ਹੀ ਮਰ ਜਾਵੇਂ। ਇਸ ਲਈ ਇਸੇ ਤਰ੍ਹਾਂ ਜੀਵਨ ਦੇ ਵਿੱਚ ਗੁਰੂ ਦੀ, ਟੀਚਰ ਦੀ, ਮਾਸਟਰ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ? ਕਿਉਂਕਿ ਸੰਤ ਗੁਰੂ ਰਹਿਬਰ ਆਪਣੇ ਪੂਰੇ ਜੀਵਨ ਦਾ ਨਿਚੋੜ ਆਪਣੇ ਸ਼ਬਦਾਂ ਦੇ ਜ਼ਰੀਏ ਸਾਨੂੰ ਦੇ ਜਾਂਦੇ ਆ, ਸਾਨੂੰ ਸਮਝਾ ਜਾਂਦੇ, ਰਸਤਾ ਦਿਖਾ ਜਾਂਦੇ ਆ ਸਾਨੂੰ। ਔਰ ਜਿਹੜਾ ਸਮਝਦਾਰ ਹੁੰਦਾ ਹੈ ਉਹਨੂੰ ਜਿੱਥੋਂ ਵੀ ਗਿਆਨ ਮਿਲਦਾ ਹੈ ਨਾ, ਅੱਛੀ ਗੱਲ ਮਿਲਦੀ ਹੈ, ਉਹਨੂੰ ਪ੍ਰਾਪਤ ਕਰਕੇ ਆਪਣੇ ਜੀਵਨ 'ਚ ਅਪਲਾਈ ਕਰਦਾ ਹੈ। ਅਪਲਾਈ ਦਾ ਮਤਲਬ ਆਪਣੇ ਜੀਵਨ 'ਚ ਉਤਾਰਦਾ ਹੈ। ਨਹੀਂ ਤਾਂ ਕਈ ਦੇਖਿਆ ਨਾ ਸਮਝ ਵੀ ਹੁੰਦੇ ਹੈ,
ਕਿ ਨਾ ਸਮਝ ਵੀ ਹੁੰਦੇ ਆ। ਉਹ ਕੀ ਕਰਨਗੇ ਜਦੋਂ ਕੋਈ ਚੰਗੀ ਗੱਲ ਕਰੇਗਾ ਨਾ, ਉਹ ਪਤਾ ਕੀ ਕਹਿਣਗੇ, ਉਹ ਇਹ ਕਿਹੜਾ ਸਾਡੇ ਧਰਮ ਦਾ ਹੈ, ਇਹ ਕਿਹੜਾ ਸਾਡੇ ਧਰਮ ਦਾ ਹੈ, ਇਹਦਾ ਧਰਮ ਹੀ ਕੋਈ ਹੋਰ ਹੈ, ਇਹਦਾ ਤਾਂ ਪਹਿਰਾਵਾ ਹੀ ਕੋਈ ਹੋਰ ਹੈ, ਇਹ ਤਾਂ ਨਾਮ ਹੀ ਕੋਈ ਹੋਰ ਹੈ। ਯਾਨੀ ਉਹ ਗਿਆਨ ਨੂੰ ਵੀ, ਸਮਝ ਨੂੰ ਵੀ, ਪੋਜ਼ਿਟਿਵਿਟੀ ਨੂੰ ਵੀ ਜਾਤਾਂ ਧਰਮਾਂ 'ਚ ਵੰਡ ਕੇ ਰੱਖ ਦੇਣਗੇ। ਜਰਾ ਸਮਝਣਾ। ਹੁਣ ਜਰਾ ਸੋਚੋ ਕਿ ਤੁਸੀਂ ਇੱਕ ਸਫ਼ਰ ਕਰ ਰਹੇ ਹੋ, ਫਰਜ਼ ਕਰੋ ਤੁਸੀਂ ਬੰਬੇ ਜਾਣਾ ਹੈ, ਬਾਈ ਕਾਰ ਜਾਣਾ ਹੈ। ਹੁਣ ਰਸਤੇ 'ਚ ਤੁਹਾਡੀ ਗੱਡੀ 'ਚ ਪੈਟਰੋਲ ਘਟਦਾ ਹੈ ਤਾਂ ਤੁਸੀਂ ਪੈਟਰੋਲ ਪੰਪ ਤੇ ਜਾ ਕੇ ਪੈਟਰੋਲ ਪਾਉਂਦੇ ਹੋ। ਕਦੀ ਉੱਥੇ ਪੁੱਛਦੇ ਹੋ ਕਿ ਪੈਟਰੋਲ ਪੰਪ ਕਿਹਦਾ ਹੈ, ਇਹਦਾ ਧਰਮ ਕੀ ਹੈ, ਜਿੱਥੋਂ ਮੈਂ ਨਾਮ ਦੀ ਦਾਤ ਲਈ ਹੈ ਇਹਨਾਂ ਉੱਥੋਂ ਲਈ ਹੈ ਕਿ ਨਹੀਂ, ਜਿਹੜੇ ਧਰਮ ਨੂੰ ਮੈਂ ਮੰਨਦਾ ਕਿ ਨਹੀਂ ਫੇਰ ਤੇਲ ਪਵਾਉਣਾ, ਨਹੀਂ ਤਾਂ ਮੈਂ ਨਹੀਂ ਤੇਲ ਪਵਾਉਣਾ। ਹੁਣ ਜੇ ਬੰਦਾ ਇਸ ਸ਼ਰਤ ਨਾਲ ਚੱਲੇ ਤਾਂ ਫੇਰ ਕਦੀ ਬੰਬੇ ਪਹੁੰਚ ਨਹੀਂ ਪਾਏਗਾ। ਫਿਰ ਰਸਤੇ 'ਚ ਕਵੇ ਮੈਨੂੰ ਭੁੱਖ ਲੱਗੀ ਹੈ, ਢਾਬੇ ਤੋਂ ਰੋਟੀ ਖਾਣੀ ਹੈ, ਕਿਸੇ ਰੈਸਟੋਰੈਂਟ ਤੇ ਰੁਕਣਾ ਹੈ, ਪਰ ਇਹ ਢਾਬੇ ਵਾਲੇ ਨਾਲ ਧਰਮ ਕੀ ਹੈ ਇਹਦਾ, ਇਹਦੀ ਜਾਤ ਕੀ ਹੈ, ਜਿਹੜੀ ਮੇਰੀ ਜਾਤ ਹੈ, ਜਿਸ ਗੁਰੂ ਨੂੰ ਮੈਂ ਮੰਨਦਾ, ਜਿੱਥੋਂ ਮੈਂ ਨਾਮ ਲਿਆ ਹੈ, ਜਾਂ ਜੋ ਵੀ ਮੇਰਾ ਧਰਮ ਹੈ, ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਕਿ ਇਹ ਉਹੀ ਧਰਮ ਦਾ ਹੈ, ਫਿਰ ਇੱਥੋਂ ਰੋਟੀ ਖਾਣੀ ਹੈ, ਫਿਰ ਇੱਥੋਂ ਪਾਣੀ ਪੀਣਾ ਹੈ। ਤਾਂ ਐਸੀਆਂ ਸ਼ਰਤਾਂ ਰੱਖ ਕੇ ਚੱਲਣ ਵਾਲਾ ਇਨਸਾਨ ਕਦੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ, ਉਹ ਰਸਤੇ 'ਚ ਫਸਿਆ ਰਹੇਗਾ। ਹੁਣ ਜਰਾ ਗੌਰ ਕਰਨਾ, ਇੱਕ ਹੁਸ਼ਿਆਰਪੁਰ ਤੋਂ ਬੰਬੇ ਤੱਕ ਦਾ ਸਫ਼ਰ ਅਸੀਂ ਧਰਮਾਂ ਨੂੰ ਮੰਨਦਿਆਂ ਹੋਇਆਂ ਪੂਰਾ ਨਹੀਂ ਕਰ ਸਕਦੇ, ਤੇ ਜ਼ਿੰਦਗੀ ਦਾ ਸਫ਼ਰ ਜੋ ਕਿ ਹੈ ਹੀ ਬੜਾ ਲੰਬਾ, ਜਿਹਨੇ ਸਾਨੂੰ, ਸਾਡੀ ਮੰਜ਼ਿਲ ਹੀ ਪ੍ਰਮਾਤਮਾ ਹੈ, ਜੇ ਉੱਥੇ ਵੀ ਅਸੀਂ ਇਹੀ ਚੀਜ਼ਾਂ ਫੜ ਕੇ ਬੈਠੇ ਰਵਾਂਗੇ, ਉਹ ਫਲਾਣੇ ਧਰਮ ਦਾ ਹੈ, ਇਹਦੀ ਗੱਲ ਨਹੀਂ ਸੁਣਨੀ, ਇਹ ਫਲਾਨੀ ਜਾਤ ਦਾ ਹੈ, ਇਹਦੇ ਨਾਲ ਨਹੀਂ ਮਿਲਣਾ, ਇਹ ਫਲਾਨਾ ਇਦਾਂ ਹੈ, ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਕਦੀ ਖੁਸ਼ੀ ਨਾਲ ਪੂਰਾ ਕਰ ਹੀ ਨਹੀਂ ਪਾਵਾਂਗੇ। ਅੱਜ ਜਿਹੜੇ ਜਾਤਾਂ ਧਰਮਾਂ 'ਚ ਫਸੇ ਹੋਏ ਆ, ਤੁਸੀਂ ਦੇਖੋਗੇ ਉਹ ਕਦੀ ਆਨੰਦ ਤੱਕ, ਮੋਕਸ਼ ਤੱਕ ਪਹੁੰਚ ਹੀ ਨਹੀਂ ਪਾਉਂਦੇ, ਉੱਥੇ ਕਿ ਲਟਕੇ ਰਹਿ ਜਾਂਦੇ ਹੋ। ਉਹਨਾਂ ਦੇ ਜੀਵਨ 'ਚ ਕਦੀ ਸ਼ਾਂਤੀ, ਸਕੂਨ, ਖੁਸ਼ੀ ਸਹੀ ਮਾਇਨੇ 'ਚ ਆਂਦੀ ਨਹੀਂ ਹੈ। ਪਰ ਜਿਹੜੇ ਚੀਜ਼ ਸਮਝਦੇ ਹੈ ਕਿ ਹਰ ਜਗ੍ਹਾ ਮੇਰਾ ਰੱਬ ਹੈ, ਚਾਹੇ ਕੋਈ ਵਾਹਿਗੁਰੂ ਕਹਿ ਰਿਹਾ, ਅੱਲਾ ਕਹਿ ਰਿਹਾ, ਕੋਈ ਈਸ਼ਵਰ ਕਹਿ ਰਿਹਾ, ਕੋਈ ਭਗਵਾਨ ਕਹਿ ਰਿਹਾ, ਇਹ ਸਾਰੇ ਹੀ ਨਾਮ ਉਹਦੇ ਹੈ। ਜਿੱਥੇ ਮੈਨੂੰ ਪਿਆਸ ਲੱਗਦੀ ਹੈ ਗਿਆਨ ਦੀ, ਮੈਂ ਉੱਥੋਂ ਗਿਆਨ ਪ੍ਰਾਪਤ ਕਰਨਾ ਹੈ। ਜੋ ਮੈਨੂੰ ਅੱਛਾ ਲੱਗਦਾ ਹੈ, ਠੀਕ ਹੈ, ਮੰਨਿਆ ਮੈਂ ਇੱਕ ਮਾਲਿਕ ਨੂੰ ਹੈ, ਮੰਨਿਆ ਮੈਂ ਇੱਕ ਗੁਰੂ ਤਾਂ ਮੇਰਾ ਉਹੀ ਹੈ, ਪਰ ਮੈਂ ਕਿਸੇ ਨਾਲ ਨਫ਼ਰਤ ਵੀ ਨਹੀਂ ਕਰਨੀ, ਮੈਂ ਸਭ ਨਾਲ ਪਿਆਰ ਕਰਨਾ ਹੈ, ਕਿਉਂਕਿ ਸਭ ਨੂੰ ਬਣਾਉਣ ਵਾਲਾ ਮੇਰਾ ਇੱਕ ਮਾਲਿਕ ਹੈ। ਅਗਰ ਪਿਆਰ ਕਰਦੇ ਹਾਂ, ਖੁਸ਼ੀ ਦੇ ਨਾਲ ਯਾਤਰਾ ਕਰਾਂਗੇ ਤਾਂ ਯਾਤਰਾ ਵੀ ਪੂਰੀ ਹੋ ਜਾਏਗੀ, ਮੰਜ਼ਿਲ ਵੀ ਮਿਲ ਜਾਏਗੀ, ਔਰ ਪਰੇਸ਼ਾਨੀ ਵੀ ਰਸਤੇ 'ਚ ਕੋਈ ਨਹੀਂ ਆਏਗੀ। ਇਸ ਲਈ ਗੁਰੂ ਰਹਿਬਰ ਜਿਹੜੇ ਹੈ ਨਾ, ਚਾਹੇ ਉਹ ਕਿਸੇ ਵੀ ਜਾਤ, ਕਿਸੇ ਵੀ ਧਰਮ 'ਚ ਹੋਣ, ਸੰਤਾਂ, ਗੁਰੂਆਂ, ਰਹਿਬਰਾਂ ਦੀ ਕੋਈ ਜਾਤ ਨਹੀਂ ਹੁੰਦੀ, ਤਾਂ ਬੰਦਾ ਲੈਵਲ ਲਾ ਦਿੰਦਾ ਉੱਪਰ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਬੰਦਾ ਲੈਵਲ ਲਾ ਦਿੰਦਾ ਹੈ। ਨਹੀਂ ਤਾਂ ਤੁਸੀਂ ਦੱਸੋ ਜ਼ਰਾ, ਤੁਸੀਂ ਕਿਸੇ ਵੀ ਸੰਤ ਮਹਾਪੁਰਸ਼ ਦੀ ਜ਼ਿੰਦਗੀ ਨੂੰ ਪੜ੍ਹ ਕੇ ਦੇਖ ਲਓ, ਚਾਹੇ ਗੁਰੂਆਂ ਦੀ ਪੜ੍ਹ ਲਓ, ਪੀਰਾਂ, ਫਕੀਰਾਂ, ਪੈਗੰਬਰਾਂ ਦੀ ਪੜ੍ਹ ਲਓ, ਜਦੋਂ ਆਪ ਸੀ ਤਾਂ ਉਹਨਾਂ ਨੇ ਆਪਣੇ ਆਪ ਤੇ ਕੋਈ ਲੈਵਲ ਨਹੀਂ ਲਾਇਆ ਕਿ ਮੈਂ ਇਹਦਾ ਹੀ ਗੁਰੂ ਹਾਂ, ਜਾਂ ਮੈਂ ਇਹਦਾ ਹੀ ਪੈਗੰਬਰ ਹਾਂ, ਜਾਂ ਮੈਂ ਇਹਦਾ ਹੀ ਅਵਤਾਰ ਹਾਂ। ਸਮਝਦੇ ਹੋ ਕਿ ਨਹੀਂ? ਅੱਜ ਕਹਿਤਾ ਜਦੋਂ ਸ਼੍ਰੀ ਕ੍ਰਿਸ਼ਨ ਹਿੰਦੂਆਂ ਦੇ ਅਵਤਾਰ, ਸ਼੍ਰੀ ਕ੍ਰਿਸ਼ਨ ਦੀ ਪੂਰੀ ਗੀਤਾ ਪੜ੍ਹ ਲਓ, ਕਿਤੇ ਹਿੰਦੂ ਲਫ਼ਜ਼ ਦਾ ਉਹਨਾਂ ਨੇ ਜ਼ਿਕਰ ਕੀਤਾ ਹੀ ਨਹੀਂ। ਸਮਝਦੇ ਹੋ ਕਿ ਨਹੀਂ? ਕਹਿਣ ਦਾ ਮਤਲਬ ਕੀ ਹੈ ਕਿ ਜਿੰਨੇ ਵੀ ਗੁਰੂ ਰਹਿਬਰ ਆਏ ਹੈ, ਉਹ ਤਾਂ ਸਭ ਨੂੰ ਇਕੱਠਾ ਕਰਨਾ ਚਾਹੁੰਦੇ ਸੀ, ਸਭ ਨੂੰ ਉਸ ਆਨੰਦ ਤੱਕ ਲੈ ਕੇ ਜਾਣਾ ਚਾਹੁੰਦੇ ਸੀ। ਪਰ ਜਿੱਦਾਂ ਜਿੱਦਾਂ ਉਹਨਾਂ ਦੇ ਮੰਨਣ ਵਾਲੇ, ਜਿੱਦਾਂ ਹੁਣ ਫਰਜ਼ ਕਰੋ ਅੱਜ ਅਸੀਂ ਸਮਝਾ ਰਹੇ ਹਾਂ ਤੁਹਾਨੂੰ, ਅਸੀਂ ਸਭ ਨੂੰ ਇਕੱਠਾ ਕਰਨਾ ਚਾਹੁੰਦੇ, ਤਾਂ ਕੱਲ ਨੂੰ ਕੋਈ ਲੈਵਲ ਲਾ ਦੇ, ਸਾਡੇ ਮਾਲਕ ਸਾਡੇ ਹੀ ਹੈ ਬਸ, ਤਾਂ ਫਿਰ ਤਾਂ ਸਾਡਾ ਪੈਗਾਮ ਜੋ ਅਸੀਂ ਸਮਝਾਉਣਾ ਚਾਹੁੰਦੇ ਸੀ, ਜੋੜਨਾ ਚਾਹੁੰਦੇ ਸੀ, ਉਹ ਗੱਲ ਤਾਂ ਤੁਸੀਂ ਸਮਝੀ ਨਹੀਂ। ਲੈਵਲ ਲਾ ਦਿੱਤਾ, ਪਰ ਉਹ ਸਮਝਿਆ ਨਹੀਂ ਕਿ ਮਾਲਕ ਚਾਹੁੰਦੇ ਕੀ ਸੀ। ਇਸੇ ਤਰ੍ਹਾਂ ਗੁਰੂ ਰਹਿਬਰ ਕੀ ਚਾਹੁੰਦੇ ਸੀ? ਕੀ ਉਹਨਾਂ ਨੇ ਪੈਗਾਮ ਦਿੱਤਾ ਕਿ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਪਰ ਅੱਜ ਅਸੀਂ ਉਹਨਾਂ ਤੇ ਲੈਵਲ ਲਾ ਦਿੱਤੇ। ਇਹ ਜੀ ਇਸੇ ਧਰਮ ਦੇ ਗੁਰੂ ਹੈ, ਇਸੇ ਧਰਮ ਦੇ ਪੈਗੰਬਰ, ਕਿਉਂਕਿ ਮੁਸਲਮਾਨ ਕਹਿਣਗੇ ਮੁਹੰਮਦ ਸਾਡੇ ਹੀ ਪੈਗੰਬਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਨਾਂ ਦੇ ਗੁਰੂ ਕਿਹਾ ਜਾਂਦਾ ਹੈ? ਸਭ ਦੇ ਗੁਰੂ ਨਹੀਂ ਹੈ। ਸ਼੍ਰੀ ਗੁਰੂ ਰਵਿਦਾਸ ਜੀ ਕੀ ਉਹ ਸਭ ਦੇ ਗੁਰੂ ਨਹੀਂ ਹੈ? ਜਿੱਥੋਂ ਵੀ ਸਾਨੂੰ ਗਿਆਨ ਮਿਲੇ, ਸਮਝ ਮਿਲੇ, ਉਹ ਸਾਡੇ ਹੀ ਹੈ। ਫਿਰ ਉਹਨਾਂ ਦਾ ਨਾਮ ਕੀ ਹੈ, ਉਹਨਾਂ ਦਾ ਦੇਸ਼ ਕੀ ਹੈ, ਕੰਟਰੀ ਕੀ ਹੈ? ਹੁਣ ਵਿਗਿਆਨ ਜਦ ਕੋਈ ਖੋਜ ਕਰਦਾ ਹੈ, ਹੁਣ ਫਰਜ਼ ਕਰੋ ਐਡੀਸਨ ਨੇ ਖੋਜ ਕੀਤੀ ਬੱਲਬ ਦੀ, ਅੱਜ ਉਹਦਾ ਫਾਇਦਾ ਸਾਰੀ ਦੁਨੀਆ ਲੈ ਰਹੀ ਕਿ ਨਹੀਂ? ਤਾਂ ਜੇ ਉਹ ਵੀ ਧਰਮ ਦੇ ਹੁੰਦੇ ਕਿ ਨਾ, ਲੈ ਵੀ ਇਹ ਤਾਂ ਐਡੀਸਨ ਸਾਡੇ ਧਰਮ ਦਾ ਗੁਰੂ ਸੀ, ਇਹ ਤਾਂ ਸਾਡਾ ਹੀ ਹੈ, ਇਹਦਾ ਬੱਲਬ ਅਸੀਂ ਵਰਤਣਾ, ਹੋਰ ਕੋਈ ਵਰਤੇ ਹੀ ਨਾ, ਉਹ ਤਾਂ ਨਾ ਸਮਝੀ ਹੈ। ਜੇ ਵਿਗਿਆਨ ਸਭ ਦਾ ਸਾਂਝਾ ਹੋ ਸਕਦਾ ਹੈ, ਜੋ ਵਿਗਿਆਨ ਖੋਜ ਕਰਦਾ ਹੈ ਉਹ ਸਭ ਦੀ ਸਾਂਝੀ ਹੋ ਸਕਦੀ ਹੈ, ਤਾਂ ਗੁਰੂ ਰਹਿਬਰ ਸੰਤ
जो सानू ये संसार दा ओ परम सुख देन आए है, क्योंकि विज्ञानकियां ने तो सिर्फ एक एक खोज की, एक एक खुशी दी। वो गुरु रहबर संत तो सानू परम सुख देन आए सी, तो फिर असी की उन्होंने नहीं मान सकते कि सब दे सांझे है? असी सारे ने रल के इसदा लाभ लेना है। कोई जात पात कोई भेदभाव दिल च रखना ही नहीं है। कदों साडी सोच सारिਆਂ ਦੀ एडी उच्ची होएगी? विज्ञान के आविष्कार ਨੂੰ ਸਾਰਿਆਂ ਦਾ ਸਾਂਝਾ ਮੰਨਦੇ ਆ, पर गुरुआं रहबरां ਦੀ ਬਾਣੀ ਉਹਨਾਂ ਦੇ ਸ਼ਬਦ ਸਾਡੀ ਹੈ। ਇਹ ਕੁਰਾਨ ਸਾਡਾ ਹੈ, ਇਹ ਗੀਤਾ ਸਾਡੀ ਹੈ, ਬਾਈਬਲ ਸਾਡੀ ਹੈ, ਗੁਰਬਾਣੀ ਸਾਡੀ ਹੈ। ਉਹਨੂੰ ਕਦੋਂ ਕਵਾਂਗੇ ਇਹ ਸਭ ਦੀ ਸਾਂਝੀ ਹੈ? ਇਹਦਾ ਲਾਭ ਹਰ ਕੋਈ ਲੈ ਸਕਦਾ ਹੈ। ਇਸ ਲਈ ਮਾਨਸਿਕ ਤੌਰ ਤੇ, ਅਧਿਆਤਮਿਕ ਤੌਰ ਤੇ ਸਾਨੂੰ ਆਪਣੀ ਸੋਚ ਨੂੰ ਹਰ ਦਾਇਰੇ ਨੂੰ ਤੋੜ ਕੇ ਉੱਪਰ ਉਠਾਉਣ ਦੀ ਲੋੜ ਹੈ। ਸਮਝ ਆ ਰਹੀ ਸਾਡੀ ਗੱਲ? ਇਸ ਲਈ ਉੱਪਰ ਉਠੋ ਔਰ ਜੁੜੋ ਆਪਣੇ ਮਾਲਿਕ ਦੇ ਨਾਲ। ਸਮਝੋ ਗੁਰੂਆਂ ਰਹਿਬਰਾਂ ਦੀ ਬਾਣੀ ਨੂੰ, ਕਿਉਂਕਿ ਅਸੀਂ ਦੱਸਿਆ ਕਿ ਪੜ੍ਹਦੇ ਸਾਰੇ ਹੀ ਹੈ, ਸੁਣਦੇ ਸਾਰੇ ਆ, ਪਰ ਅਮਲ ਕੋਈ ਨਹੀਂ ਕਰਦਾ। ਇੱਕ ਵਾਰ ਉਹਨੂੰ ਆਪਣੇ ਜੀਵਨ 'ਚ ਅਮਲੀ ਜਾਮਾ ਪਹਿਨਾ ਕੇ ਤਾਂ ਦੇਖੋ, इस्तेमाल करके तो देखो, फिर पता लगेगा उसका असर की है साडे जीवन च। और आइए हुण मेन टॉपिक की तरफ आ जाइए। सुख बरकत साडे जीवन च सुख किद्दां आना है, साडे जीवन च बरकत किद्दां आनी है। सो दसिया कि शब्द बड़े छोटे जे है, ये राज बड़ा छोटा जिहा है। जदों दसांगे तुसीं कहना बस हुण बस उही कहेगा जिन्हां सिर्फ पढ़िया है, सुनिया है, पर कदी उस ते अमल करके नहीं देखिया। क्योंकि जदों इंसान अमल करके देखता है तो फिर पता लगता है। हुण तुहाडे किते दर्द है, ये उदाहरण दे रहे हैं, गोली खाण नूं नहीं कह रहे सानूं, ये सिर्फ समझाउण लगे आ। तुहाडे बॉडी 'च दर्द है, डॉक्टर एक छोटी जी गोली दे दिंदा है, आ लै भी गोली खा ला, तेरी दर्द ठीक हो जानी। तुसीं कहना लै एड्डा वड्डा शरीर और निक्की जी गोली, इन्हां की मैनूं ठीक करना है? तुसीं चक के परे मार देवो लै। तो हुण डॉक्टर कहे भाई की करा, हुण 6 फुट की गोली बना के तेरे मूँह 'च पावां कि तू 6 फुट का है या 5 फुट 10 इंच, तो एड्डी वड्डी गोली बना के तैनूं किद्दां खलाइए? फिर हुण कई बार शरीर बड़ा हुंदा, दर्द बड़ी हुंदी, पर छोटी जी गोली नाल ही कह दिओ वो दर्द दूर हो जाती है ना। इसी तरह आ साडे जीवन जिहड़ा दुख है, बेबरकती है, कई बार छोटे छोटे नुकते ही साडे जीवन की बड़ी तो बड़ी प्रॉब्लम नूं दूर कर दिंदे है। पर हुंदा उदों जदों ये गोली की तरह साडे अंदर जान। इसलिए समझना कि सुख बरकत खोजत फिरे जे राजदूत तोहे बताए। कि हुण राज दस देवां कि जिहड़े सुख बरकत नूं लभदा फिरदा मिलना किदां है। सुख बरकत खोजत फिरे जे राजदूत तोहे बताए। सबर शुकर हिरदे वसे तो दुख कबू ना पाए। जरा हुण गौर करना, इत्थे 2 चीज़ां वाल इशारा किया गया है कि तू जिस बरकत नूं, जिस सुख नूं तू लभदा फिरदा है ना, ये 2 चीज़ां दे विच है। अगर वो 2 चीज़ां तेरे जीवन च आ जांदियां, अपने हिरदे च वसा लैंदा है, तो फिर तेरे लागे कोई दुख बेबरकती तेरे घर च कदी हो ही नहीं सकती। वो 2 चीज़ां किहड़ियां दसियां? सबर शुकर हिरदे वसे तो दुख कबू ना पाए। इसलिए राज दसिया है कि सुखां दा बरकतां दा राज कित्थे है? सुखां दा बरकतां दा राज है सबर और शुकर दे विच। इसलिए इत्थे 2 कहानियां तुहानूं दसांगे जिस तो समझना थोड़ा आसान हो जाएगा। ये कहते हैं कि अकबर बीरबल के जीवन की कहानी नूं पहला समझ लईए कि अकबर बादशाह का ना एक हजाम सी, हजाम कह दिंदे नाई नूं, जिहड़ा आंदा सी सिर की मालिश भी कर दिंदा सी, जां अकबर बादशाह दे कोई बाल बूलों की सैटिंग करनी, कटिंग करनी भी कर दिंदा सी। हुण वो हजाम जद भी आंदा सी गुनगुनांदा सी, मुस्कुरांदा सी, हमेशा उहदे चेहरे ते स्माइल रहिंदी सी। अकबर बादशाह ने देखना कि मैं बादशाह होके भी हर वेले परेशान रहंदा है, चिंतित रहंदा है, दुखी रहंदा है, कदी इन्ना खुश नहीं हुंदा जिन्ना हजाम, ये मेरी मसाज करने वाला, मेरे मालिश करने वाला ये हजाम नाई, ये हर वेले, क्योंकि जदों ना बादशाह दे करना उदों भी सीटी बजाई जानी, यानी गुनगुनाई जाना, गल भी खुशियां दी करी जानी। अकबर अंदरों अंदर सड़ी जाता सी, क्योंकि बहुत बार हुंदा है कि बंदा दूजे की खुशी नूं देख के, जिद्दां असीं कई बार दसिया कि बंदा अपने दुख तो उन्ना दुखी नहीं हुंदा जिन्ना दूजे की खुशी नूं देख के दुखी हुंदा। ये क्यों हो गया? बोलो समझदे हो कि नहीं?
ਤਾਂ ਹੀ ਤਾਂ ਕਹਿੰਦੇ ਨਾ ਦੋਸਤ ਵੀ ਹੁੰਦੇ ਨਾ ਕਿ ਜੇ ਦੋਸਤ ਫੇਲ ਹੋ ਜਾਵੇ ਤਾਂ ਫਿਰ ਥੋੜਾ ਜਿਹਾ ਦੁੱਖ ਹੁੰਦਾ, ਚੱਲ ਯਾਰ ਫੇਲ ਹੋ ਗਿਆ। ਤਾਂ ਜੇ ਦੋਸਤ ਇਕੁਅਲ ਨੰਬਰਾਂ 'ਚ ਪਾਸ ਹੋਣ ਫਿਰ ਠੀਕ ਹੈ, ਵਧਾਈਆਂ, ਬਹੁਤ ਬਹੁਤ ਵਧਾਈਆਂ। ਤਾਂ ਜੇ ਦੋਸਤ ਜ਼ਿਆਦਾ ਨੰਬਰਾਂ ਨਾਲ ਪਾਸ ਹੋ ਜਾਵੇ, ਇਹ ਕਿੱਦਾਂ ਪਾਸ ਹੋ ਗਿਆ ਹੈ, ਇੰਨੇ ਨੰਬਰ ਇਹਨੂੰ ਕਿੱਦਾਂ ਮਿਲ ਗਏ, ਉਹ ਵੀ ਅੰਦਰ ਇੱਕ ਦੁੱਖ ਬਣ ਜਾਂਦਾ, ਪੀੜਾ ਬਣ ਜਾਂਦੀ ਹੈ। ਉਹਨਾਂ ਨੂੰ ਪਤਾ ਹੋਏਗਾ ਜਿਹਨਾਂ ਦੇ ਦੋਸਤਾਂ ਨਾਲ ਕਦੀ ਇੱਦਾਂ ਹੋਈ ਹੋਏਗੀ। ਕਿਉਂਕਿ ਦੂਜੇ ਦੀ ਤਰੱਕੀ ਖੁਸ਼ੀ ਦੇਖ ਕੇ ਹੀ ਬੰਦੇ ਨੂੰ, ਹੁਣ ਜੇ ਕੋਈ ਦੋਸਤ ਆ ਕੇ ਕਹੇ ਨਾ ਵਧਾਈਆਂ ਮੋਟਰਸਾਈਕਲ ਨਵਾਂ ਲਿਆ, ਨਵਾਂ ਲੈ ਲਿਆ, ਮੇਰੇ ਕੋਲ ਤਾਂ ਹਲੇ ਆਇਆ ਨਹੀਂ, ਇਹਨਾਂ ਨਵਾਂ ਵੀ ਅੱਛਾ ਵਧਾਈਆਂ, ਬਾਹਰੋਂ ਬੰਦਾ ਵਧਾਈ ਦਿੰਦਾ ਪਰ ਅੰਦਰੋਂ ਕਿਤੇ ਨਾ ਕਿਤੇ ਉਹ ਗੱਲ ਚੁੱਭਦੀ ਹੈ ਉਹਨੂੰ, ਹੈ ਨਵਾਂ ਲੈ ਲਿਆ। ਸੱਚ ਹੈ ਕਿ ਨਹੀਂ? ਜਵਾਬ ਨਹੀਂ ਆਇਆ। ਕਿਉਂਕਿ ਇਨਸਾਨ ਦੂਜੇ ਨੂੰ ਤਰੱਕੀ ਕਰਦਾ ਦੇਖ ਕੇ ਬੇਸ਼ੱਕ ਉਹਨੂੰ ਮੂੰਹ ਤੇ ਵਧਾਈ ਦੇਵੇ ਪਰ ਅੰਦਰ ਕਿਤੇ ਨਾ ਕਿਤੇ ਉਹਨੂੰ ਪੇਨ ਹੁੰਦੀ ਹੈ, ਪਿੰਚ ਕਰਦੀ ਹੈ ਗੱਲ, ਹੈ ਇਹ ਅੱਗੇ ਵਧ ਗਿਆ ਮੇਰੇ ਤੋਂ। ਇਸ ਲਈ ਜ਼ਰਾ ਸਮਝਣਾ। ਹੁਣ ਇੱਧਰ ਬਾਦਸ਼ਾਹ ਅਕਬਰ ਨੂੰ ਵੀ ਇਹੀ ਗੱਲ ਅੰਦਰ ਲੱਗ ਰਹੀ ਸੀ, ਉਹ ਮੈਂ ਬਾਦਸ਼ਾਹ ਹੋ ਕੇ ਇੰਨਾ ਖੁਸ਼ ਨਹੀਂ ਆ, ਇੰਨਾ ਗੁਣਗੁਣਾਉਂਦਾ ਨਹੀਂ ਹੈ, ਔਰ ਇਹ ਇੱਕ ਹਜ਼ਾਮ ਹੋ ਕੇ, ਇੱਕ ਨਾਈ ਹੋ ਕੇ ਇੰਨਾ ਹੱਸ ਰਿਹਾ, ਮੁਸਕਰਾ ਰਿਹਾ, ਹਰ ਵੇਲੇ ਸੀਟੀ ਵਜਾਉਂਦਾ, ਖੁਸ਼ ਰਹਿੰਦਾ ਹੈ। ਕਹਿੰਦੇ ਹੈ ਕਿ ਅਕਬਰ ਦੇ ਮਨ 'ਚ ਕੋਈ ਸਵਾਲ ਆਉਂਦਾ ਸੀ ਤਾਂ ਉਹਦਾ ਜਵਾਬ ਉਹ ਇੱਕੋ ਹੀ ਤੋਂ ਪੁੱਛਦਾ ਸੀ। ਪਤਾ ਕਿਹਤੋਂ ਪੁੱਛਦਾ ਹੁੰਦਾ ਸੀ? ਜਵਾਬ ਦੇ ਦੇਖੀਏ ਤੁਹਾਨੂੰ ਕਿੰਨਾ ਕੁ ਪਤਾ ਹੈ। ਹਾਂ, ਬੀਰਬਲ ਤੋਂ। ਅੱਜ ਜਦੋਂ ਹਜਾਮ ਨਾ ਉਹਦੇ ਮਸਾਜ ਕਰਕੇ, ਮਾਲਿਸ਼ ਮੁਲਿਸ਼ ਕਰਕੇ ਵਾਪਸ ਗਿਆ ਤਾਂ ਅਕਬਰ ਨੇ ਬੀਰਬਲ ਨੂੰ ਬੁਲਾਇਆ ਕਿ ਬੀਰਬਲ, ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ ਹਾਂ ਕਿ ਆਹ ਜਿਹੜਾ ਮੇਰਾ ਨਾਈ ਹੈ ਹਜ਼ਾਮ, ਇਹਨੂੰ ਮੈਂ ਜਦ ਵੀ ਦੇਖਦਾ ਬੜਾ ਖੁਸ਼ ਹੁੰਦਾ ਹੈ, ਬੜਾ ਮੁਸਕਰਾਉਂਦਾ ਹੈ, ਬੜਾ ਹੱਸਦਾ ਹੈ, ਹਰ ਵੇਲੇ ਗੁਣਗੁਣਾਉਂਦਾ ਹੈ। ਉਹ ਇੱਕ ਹਜ਼ਾਮ, ਇੱਕ ਨਾਈ ਹੋ ਕੇ ਇੰਨਾ ਖੁਸ਼ ਹੈ ਤਾਂ ਮੈਂ ਇੱਕ ਬਾਦਸ਼ਾਹ ਹੋ ਕੇ ਵੀ ਦੁਖੀ। ਮੈਨੂੰ ਇਹ ਰਾਜ ਦੱਸ, ਉਹ ਖੁਸ਼ ਕਿਉਂ ਤੇ ਮੈਂ ਦੁਖੀ ਕਿਉਂ ਹੈ? ਤਾਂ ਉਸ ਲਈ ਬੀਰਬਲ ਕਹਿੰਦਾ, ਮਹਾਰਾਜ ਕੁਝ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ, ਸਮਝਾਈਆਂ ਜਾਂਦੀਆਂ ਹੈ। ਸੋ ਉਹਦੀ ਖੁਸ਼ੀ ਦਾ ਮੈਨੂੰ ਪਤਾ ਹੈ, ਤੁਹਾਡੇ ਦੁੱਖ ਦਾ ਵੀ ਮੈਨੂੰ ਪਤਾ ਹੈ, ਬਸ ਮੈਨੂੰ ਇੱਕ ਮੌਕਾ ਦਿਓ ਤਾਂ ਮੈਂ ਉਹ ਤੁਹਾਨੂੰ ਦਿਖਾ ਦੇਵਾਂ। ਅੱਜ ਜਿਹੜਾ ਗੁਣਗੁਣਾ ਰਿਹਾ ਨਾ, ਹੱਸ ਰਿਹਾ ਹੈ, ਮੈਨੂੰ ਇੱਕ ਮੌਕਾ ਦਿਓ, ਇਹੀ ਉਦਾਸ, ਇਹੀ ਚਿੰਤਿਤ ਤੁਹਾਡੇ ਸਾਹਮਣੇ ਆਏਗਾ। ਅਕਬਰ ਕਹਿੰਦਾ, ਕੀ ਕਰੂੰਗਾ ਤੂੰ? ਕਹਿੰਦਾ ਜੀ ਇੱਕ ਮੌਕਾ ਤਾਂ ਦਿਓ, ਤੁਹਾਨੂੰ ਮੈਂ ਇਨਸਾਨ ਦੇ ਦੁੱਖਾਂ ਦਾ ਰਾਜ ਦੱਸ ਦੇਵਾਂ, ਦੁੱਖਾਂ ਦਾ ਕਾਰਨ ਦੱਸ ਦੇਵਾਂ ਕਿ ਬੰਦਾ ਦੁਖੀ ਕਿਉਂ ਹੁੰਦਾ ਹੈ, ਉਹਦੇ ਦੁੱਖਾਂ ਦਾ ਕਾਰਨ ਕੀ ਹੈ। ਅਕਬਰ ਕਹਿੰਦਾ ਦੱਸ ਫਿਰ। ਕਹਿੰਦਾ ਫਿਰ ਤਾਂ ਮਹਾਰਾਜ ਤੁਹਾਨੂੰ ਮੇਰੇ ਨਾਲ ਜਾਣਾ ਪਏਗਾ ਭੇਸ਼ ਬਦਲ ਕੇ। ਅਕਬਰ ਕਹਿੰਦਾ ਚੱਲ ਪੈਂਦੇ, ਕਦੋਂ ਜਾਣਾ? ਕਹਿੰਦਾ ਅੱਜ ਸ਼ਾਮ ਨੂੰ ਚੱਲਦੇ, ਹਨੇਰੇ ਹੋਏ ਤੇ, ਜਿੱਲੇ ਥੋੜਾ ਹਨੇਰਾ ਹੋ ਜਾਂਦਾ ਹੈ ਸ਼ਾਮ ਨੂੰ ਹੀ ਚੱਲਦੇ ਆ। ਅਕਬਰ ਨੇ ਕਿਹਾ ਜਾਣਾ ਕਿੱਥੇ? ਕਹਿੰਦਾ ਜੀ ਹਜਾਮ ਦੇ ਘਰ ਹੀ ਜਾਣਾ ਹੈ। ਅਕਬਰ ਕਹਿੰਦਾ ਉਹਦੇ ਘਰ, ਉੱਥੇ ਕੀ ਕਰਨਾ ਹੈ? ਕਹਿੰਦਾ ਜੀ ਆਪਾਂ, ਤੁਸੀਂ ਬਸ ਦੇਖੀ ਜਾਓ, ਮੇਰੇ ਨਾਲ ਜਾਣ ਨੂੰ ਤਿਆਰ ਹੋ ਜਾਓ, ਮੈਂ ਬਹੁਤਾ ਸਮਝਾ ਨਹੀਂ ਸਕਦਾ, ਜਾਨੀ ਬੋਲ ਕੇ ਨਹੀਂ ਦੱਸ ਸਕਦਾ, ਦਿਖਾ ਸਕਦਾ ਤੁਹਾਨੂੰ। ਹੁਣ ਸ਼ਾਮ ਹੋਈ, ਅਕਬਰ ਤਿਆਰ ਹੋ ਗਿਆ, ਜਾਨੂੰ ਬੀਰਬਲ ਆ ਗਿਆ ਕਿ ਬਾਦਸ਼ਾਹ ਸਲਾਮਤ, ਤਿਆਰ ਹੋ ਤੁਸੀਂ? ਕਹਿੰਦਾ ਹਾਂ। ਕਹਿੰਦਾ ਫਿਰ ਇੱਦਾਂ ਕਰੋ, ਇੱਕ ਥੈਲੀ ਲਓ, ਉਹ ਥੈਲੀ ਵਿੱਚ 99 ਸਿੱਕੇ ਪਾਓ, 99 ਰੁਪਏ ਪਾ ਲਓ। ਹੁਣ ਅਕਬਰ ਨੇ ਥੈਲੀ 'ਚ 99 ਰੁਪਏ ਪਾਏ ਤਾਂ ਬੀਰਬਲ ਨੇ ਉਹ ਥੈਲੀ ਦੇ ਉੱਪਰ ਲਿਖ ਦਿੱਤਾ ਪੂਰੇ 100 ਰੁਪਏ। ਯਾਨੀ ਥੈਲੀ ਤੇ ਕੀ ਲਿਖਿਆ? ਪੂਰੇ 100 ਰੁਪਏ। ਤਾਂ ਵਿੱਚ ਕਿੰਨੇ ਪਾਏ? 99। ਠੀਕ ਹੈ। ਹੁਣ ਥੈਲੀ ਲੈ ਕੇ ਜਦੋਂ ਜਾਣ ਲੱਗੇ ਤਾਂ ਅਕਬਰ ਨੇ ਕਿਹਾ, ਬੀਰਬਲ ਵਿੱਚ 99 ਹੈ, ਉੱਪਰ ਤੂੰ 100 ਲਿਖਿਆ ਹੈ, ਵਿੱਚ 99 ਪਾਏ, ਉੱਪਰ 100 ਕਿਉਂ ਲਿਖਿਆ ਹੈ? 99 ਲਿਖਣੇ ਸੀ। ਤਾਂ ਅਕਬਰ ਨੇ ਜਦੋਂ ਇਹ ਸਵਾਲ ਕੀਤਾ ਤਾਂ ਬੀਰਬਲ ਕਹਿੰਦਾ, ਮਹਾਰਾਜ ਇਹੀ ਤਾਂ ਇੱਕ ਰਾਜ ਹੈ, ਕਿਉਂਕਿ ਇੱਥੋਂ ਤਾਂ ਸਾਰੀ ਪੀੜਾ, ਸਾਰਾ ਦੁੱਖ, ਸਾਰੀ ਤਕਲੀਫ ਸ਼ੁਰੂ ਹੁੰਦੀ ਹੈ ਬੰਦੇ ਦੀ, ਇਹੀ ਤਾਂ ਤੁਹਾਨੂੰ ਦਿਖਾਣਾ ਹੈ। ਕਹਿ ਕੇ ਬੀਰਬਲ ਨੇ ਥੈਲੀ ਪਕੜੀ, ਅਕਬਰ ਬਾਦਸ਼ਾਹ ਨੂੰ ਨਾਲ ਲਿਆ ਔਰ ਚਲਦੇ ਚਲਦੇ ਹਜ਼ਾਮ ਦੇ ਘਰ ਦੇ ਮੂਹਰੇ पहुंच गए। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।